ਤਾਂ ਇੱਕ ਵਾਰ ਫਿਰ ਤੋਂ ਸਵਾਗਤ ਹੈ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਸੀਂ ਗੱਲ ਕਰ ਰਹੇ ਸੀ ਕਿਸਾਨਾਂ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਚੱਲ ਰਹੀ ਹੈ ਇਸ ਵੇਲੇ ਸਿੰਘੂ ਬਾਰਡਰ ਦੇ ਉੱਪਰ ਉਹ ਬੇहद ਮਹੱਤਵਪੂਰਨ ਮੀਟਿੰਗ ਚੱਲ ਰਹੀ ਹੈ ਇਸ ਵੇਲੇ ਕਿਉਂਕਿ ਸਾਰਿਆਂ ਦੀਆਂ ਹੀ ਨਜ਼ਰਾਂ ਇਸ ਮੀਟਿੰਗ ਉੱਪਰ ਟਿਕੀਆਂ ਹੋਈਆਂ ਨੇ। ਦੇਸ਼ ਵਿਆਪੀ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੀ ਮੀਟਿੰਗ ਹੈ ਇਸ ਵੇਲੇ ਸਿੰਘੂ ਬਾਰਡਰ ਉੱਪਰ ਚੱਲ ਰਹੀ ਹੈ। ਲਗਾਤਾਰ ਅਸੀਂ ਤੁਹਾਨੂੰ ਗਰਾਊਂਡ ਜ਼ੀਰੋ ਤੋਂ ਵੀ ਹਰ ਇੱਕ ਤਸਵੀਰ ਦਿਖਾ ਰਹੇ ਹਾਂ ਕਿਸ ਤਰੀਕੇ ਦਾ ਮਾਹੌਲ ਹੈ ਕਿਉਂਕਿ ਜਿੰਨੀਆਂ ਵੀ ਹੁਣ ਤੱਕ ਮੁਲਾਕਾਤਾਂ ਹੋਈਆਂ ਨੇ ਕੇਂਦਰ ਸਰਕਾਰ ਦੇ ਨਾਲੋਂ ਸਾਰਿਆਂ ਦੇ ਉੱਪਰ ਮੰਥਨ ਹੋ ਰਿਹਾ ਕਿਸਾਨਾਂ ਦਾ। ਤਾਂ ਮੀਟਿੰਗ ਬੇहद महत्वपूर्ण ਇਸ ਲਈ ਵੀ ਹੈ ਕਿਉਂਕਿ ਇਸ ਮੀਟਿੰਗ ਤੋਂ ਬਾਅਦ ਹੀ ਫੈਸਲਾ ਹੋਣਾ ਕਿ ਜਿਹੜਾ ਇਹ ਕਿਸਾਨ ਪ੍ਰੋਟੈਸਟ ਅੰਦੋਲਨ ਚੱਲ ਰਿਹਾ ਉਹ ਕਿਸ ਪਾਸੇ ਜਾਣਾ, ਕਿਹੜਾ ਮੋੜ ਨੂੰ ਮਿਲਣਾ, ਕਿਹੜਾ ਅੱਗੇ ਨਿਰਦੇਸ਼ ਇਹਨਾਂ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਵੱਲੋਂ ਦਿੱਤਾ ਜਾਣਾ, ਕੀ ਫੈਸਲਾ ਲੈਣਗੇ, ਕੀ ਕੇਂਦਰ ਦੇ ਨਾਲ ਹੋਰ ਮੀਟਿੰਗ ਹੋਵੇਗੀ ਜਾਂ ਫਿਰ ਇੱਥੇ ਹੀ ਅੱਜ ਮੀਟਿੰਗਾਂ ਨੂੰ ਵਿਰਾਮ ਲੱਗ ਜਾਵੇਗਾ, ਅੱਗੇ ਕੇਂਦਰ ਦੇ ਨਾਲ ਗੱਲਬਾਤ ਹੋਵੇਗੀ ਜਾਂ ਨਹੀਂ। ਤਾਂ ਇਹ ਵੀ ਬਹੁਤ ਮਹੱਤਵਪੂਰਨ ਹੋ ਜਾਂਦਾ। ਹਾਲਾਂਕਿ ਕੇਂਦਰ ਨੇ ਇਹ ਐਲਾਨ ਕੀਤਾ ਕਿ ਉਹ ਕੁਝ ਗੱਲਾਂ ਨੂੰ ਮੰਨਣ ਲਈ ਤਿਆਰ ਹੈ ਪਰ ਕਾਨੂੰਨ ਕਿਸੇ ਵੀ ਹਾਲ ਦੇ ਵਿੱਚ ਰੱਦ ਨਹੀਂ ਹੋਣਗੇ। ਤਾਂ ਅਜਿਹੇ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵਿੱਚ ਜਿਹੜਾ ਹੁਣ ਮੰਥਨ ਜਾਰੀ ਹੈ ਤਾਂ ਗੰਭੀਰ ਅਤੇ ਵਿਸਥਾਰ ਦੇ ਨਾਲ ਚਰਚਾ ਕੀਤੀ ਜਾ ਰਹੀ ਹੈ ਸਿੰਘੂ ਬਾਰਡਰ ਦੇ ਉੱਪਰ। ਤਾਂ ਅਸੀਂ ਤੁਹਾਨੂੰ ਪਲ ਪਲ ਦੀ ਅਪਡੇਟ ਸਭ ਤੋਂ ਪਹਿਲਾਂ ਨਿਊਜ਼ 18 ਪੰਜਾਬ ਤੇ ਦੇ ਰਹੇ ਹਾਂ ਕਿਸ ਤਰੀਕੇ ਦੇ ਨਾਲ ਇਹ ਸਾਰੀ ਅੱਗੇ ਰਣਨੀਤੀ ਤਿਆਰ ਕੀਤੀ ਜਾਣੀ ਹੈ, ਕੀ ਅੱਗੇ ਜਿਹੜੀ ਰੂਪਰੇਖਾ ਰਹੇਗੀ ਕਿਸਾਨ ਜਥੇਬੰਦੀਆਂ ਦੀ ਔਰ ਕਿਸ ਤਰੀਕੇ ਦੇ ਨਾਲ ਅੱਗੇ ਇਸ ਅੰਦੋਲਨ ਦੀ ਅਗਵਾਈ ਕਰਦੇ ਨੇ। ਤਾਂ ਸਾਰੀਆਂ ਹੀ ਗੱਲਾਂ ਅੱਜ ਦੀ ਜਿਹੜੀ ਬੇहद ਮਹੱਤਵਪੂਰਨ ਦੇਸ਼ ਵਿਆਪੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਇਸ ਵੇਲੇ ਸਿੰਘੂ ਬਾਰਡਰ ਤੇ ਚੱਲ ਰਹੀ ਹੈ ਉਸ ਦੇ ਵਿੱਚ ਇਹ ਸਾਰੀਆਂ ਗੱਲਾਂ ਦੇ ਉੱਪਰ ਵਿਚਾਰ ਚਰਚਾ ਹੋ ਰਹੀ ਹੈ ਔਰ ਉਸ ਤੋਂ ਬਾਅਦ ਇੱਕ ਸੰਯੁਕਤ ਰੂਪ ਦੇ ਵਿੱਚ ਇੱਕ ਏਕਤਾਮਈ ਰੂਪ ਦੇ ਵਿੱਚ ਫੈਸਲਾ ਲਿਆ ਜਾਣਾ ਇਹਨਾਂ ਕਿਸਾਨ ਜਥੇਬੰਦੀਆਂ ਦੇ ਵੱਲੋਂ। ਤਾਂ ਲਗਾਤਾਰ ਅਸੀਂ ਤੁਹਾਨੂੰ ਅਪਡੇਟ ਕਰ ਰਹੇ ਹਾਂ। ਸਭ ਤੋਂ ਪਹਿਲਾਂ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੇ ਤਾਂ ਇਸ ਵੇਲੇ ਦੀ ਅਹਿਮ ਖਬਰ ਇਹੀ ਹੈ ਕਿ ਕਿਸਾਨ ਜਥੇਬੰਦੀਆਂ ਜਿਹੜੀ ਮੀਟਿੰਗ ਹੈ ਸਾਰੀਆਂ ਹੀ ਦੇਸ਼ ਵਿਆਪੀ ਜਥੇਬੰਦੀਆਂ ਸਿੰਘੂ ਬਾਰਡਰ ਦੇ ਉੱਪਰ ਮੀਟਿੰਗ ਕਰ ਰਹੀਆਂ ਨੇ। ਮੀਟਿੰਗ ਦੇ ਵਿੱਚ ਆਪਸ ਦੇ ਵਿੱਚ ਵਿਚਾਰ ਤਕਰਾਰ ਵੀ ਹੋ ਰਹੀ ਹੈ ਔਰ ਜਿਹੜੀ ਕੱਲ ਮੀਟਿੰਗ ਹੋਈ ਸੀ ਅਮਿਤ ਸ਼ਾਹ ਦੇ ਨਾਲ ਜਿਹੜੀ ਆਖਰੀ ਮੀਟਿੰਗ ਹੋਈ ਸੀ 6ਵੇਂ ਦੌਰ ਦੀ ਮੀਟਿੰਗ ਤੋਂ ਠੀਕ ਪਹਿਲਾਂ ਬੀਤੀ ਰਾਤ ਮੀਟਿੰਗ ਹੋਈ ਸੀ ਤਾਂ ਉਸ ਨੂੰ ਲੈ ਕੇ ਵੀ ਵਿਚਾਰ ਚਰਚਾ ਹੋ ਰਹੀ ਹੈ ਕਿਉਂਕਿ ਸਾਰੀਆਂ ਜਥੇਬੰਦੀਆਂ ਇਸ ਮੀਟਿੰਗ ਦੇ ਵਿੱਚ ਨਹੀਂ ਗਈਆਂ ਸੀ, ਸਾਰੀਆਂ ਜਥੇਬੰਦੀਆਂ ਨੂੰ ਮੀਟਿੰਗ ਵਿੱਚ ਨਹੀਂ ਬੁਲਾਇਆ ਗਿਆ ਸੀ ਤਾਂ ਥੋੜੀ ਬਹੁਤੀ ਤਕਰਾਰਬਾਜ਼ੀ ਦੇਖਣ ਨੂੰ ਮਿਲੀ ਸੀ। ਪਰ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਬਿਆਨ ਵੀ ਸਾਹਮਣੇ ਆ ਕਿ ਉਹਨਾਂ ਦੇ ਵਿੱਚ ਜਿਹੜਾ ਇੱਕ ਹੈ ਉਹ ਉਸੇ ਤਰੀਕੇ ਦੇ ਨਾਲ ਬਰਕਰਾਰ ਹੈ। ਤਾਂ ਅੱਜ ਫਿਰ ਤੋਂ ਇਕੱਠੀਆਂ ਹੋਈਆਂ ਨੇ ਕਿਸਾਨ ਜਥੇਬੰਦੀਆਂ ਔਰ ਸਾਰੀਆਂ ਹੀ ਜਥੇਬੰਦੀਆਂ ਬੈਠ ਕੇ ਮੰਥਨ ਕਰ ਰਹੀਆਂ ਨੇ ਸਿੰਘੂ ਬਾਰਡਰ ਦੇ ਉੱਪਰ ਔਰ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ। ਸ਼ਟਰ ਬੰਦ ਕਰ ਦਿੱਤੇ ਗਏ ਨੇ ਔਰ ਮੀਟਿੰਗ ਚੱਲ ਰਹੀ ਹੈ, ਮੰਥਨ ਜਾਰੀ ਹੈ। ਕੀ ਕੁਝ ਅੱਗੇ ਦੀ ਰਣਨੀਤੀ ਤਿਆਰ ਕੀਤੀ ਜਾਣੀ ਹੈ, ਕੀ ਕੇਂਦਰ ਦੇ ਨਾਲ ਹੋਰ ਬੈਠਕ ਹੋਵੇਗੀ ਜਾਂ ਫਿਰ ਇੱਥੇ ਹੀ ਅੱਜ ਵਿਰਾਮ ਚਿੰਨ੍ਹ ਲੱਗ ਜਾਵੇਗਾ ਇਹਨਾਂ ਮੀਟਿੰਗਾਂ ਦੇ ਦੌਰ ਨੂੰ ਜਿਹੜੀਆਂ ਕਿਸਾਨ ਜਥੇਬੰਦੀਆਂ ਕੇਂਦਰ ਦੇ ਨਾਲ ਕਰਦੀਆਂ ਨੇ। ਤਾਂ ਕਈ ਸਵਾਲ ਨੇ, ਕਈ ਅਹਿਮ ਪਹਿਲੂ ਨੇ ਜਿਨ੍ਹਾਂ ਦੇ ਉੱਪਰ ਅੱਜ ਵਿਸਤਾਰ ਚਰਚਾ ਗੰਭੀਰਤਾ ਦੇ ਨਾਲ ਕੀਤੀ ਜਾ ਰਹੀ ਹੈ। ਤਾਂ ਥੋੜੀ ਦੇਰ ਬਾਅਦ ਜਦੋਂ ਇਹ ਮੀਟਿੰਗ ਖਤਮ ਹੋਵੇਗੀ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਨਿਊਜ਼ 18 ਨੂੰ ਦੱਸਾਂਗੇ ਕਿ ਕੀ ਆਊਟਪੁੱਟ ਨਿਕਲੀ ਹੈ ਔਰ ਕੀ ਫੈਸਲਾ ਲੈਣਗੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਔਰ ਦੂਸਰੇ ਪਾਸੇ ਜਿੰਨੇ ਵੀ ਬਾਰਡਰਾਂ ਦੇ ਉੱਪਰ ਬੈਠੇ ਹੋਏ ਨੇ ਕਿਸਾਨ ਤਾਂ ਉਹਨਾਂ ਦੀਆਂ ਵੀ ਨਜ਼ਰਾਂ ਇਸ ਮੀਟਿੰਗ ਉੱਪਰ ਬਣੀਆਂ ਹੋਈਆਂ ਨੇ। ਤਾਂ ਲਗਾਤਾਰ ਅਸੀਂ ਤੁਹਾਨੂੰ ਆਪਣੇ ਵੀ ਕਈ ਕੈਮਰਿਆਂ ਦੇ ਨਾਲ ਗਰਾਊਂਡ ਜ਼ੀਰੋ ਤੋਂ ਦਿਖਾ ਰਹੇ ਹਾਂ। ਸਾਡੇ ਕਈ ਸਹਿਯੋਗੀ ਸਾਡੇ ਨਾਲ ਇਸ ਵੇਲੇ ਜੁੜ ਰਹੇ ਨੇ ਤਾਂ ਟਿਕਰੀ ਬਾਰਡਰ ਤੋਂ ਮੇਰੇ ਸਹਿਯੋਗੀ ਰੋਹਿਤ ਬੰਸਲ ਔਰ ਸੂਰਜਪਾਨ ਬਠਿੰਡਾ ਜੁੜ ਰਹੇ ਨੇ। ਇੱਕ ਵਾਰ ਚੱਲਦੇ ਹਾਂ ਸਭ ਤੋਂ ਪਹਿਲਾਂ ਰੋਹਿਤ ਬੰਸਲ ਦੇ ਕੋਲ ਜਿਹੜੇ ਕਿ ਟਿਕਰੀ ਬਾਰਡਰ ਜੁੜ ਰਹੇ ਨੇ। ਰੋਹਿਤ, ਤਾਂ ਬੇहद ਮਹੱਤਵਪੂਰਨ ਬੈਠਕ ਇਸ ਵੇਲੇ ਜਾਰੀ ਹੈ ਤਾਂ ਕਿਸਾਨ ਜਥੇਬੰਦੀਆਂ ਦੇ ਵੱਲ ਹੀ ਸਾਰਿਆਂ ਦੀਆਂ ਹੀ ਕਰੀਬ ਸਾਰੇ ਦੇਸ਼ ਦੀਆਂ ਨਜ਼ਰਾਂ ਨੇ ਔਰ ਟਿਕਰੀ ਬਾਰਡਰ ਦੀ ਗੱਲ ਕਰੀਏ ਤਾਂ ਕੀ ਕੁਝ ਅਪਡੇਟ ਔਰ ਕੀ ਮਾਹੌਲ ਹੈ ਟਿਕਰੀ ਬਾਰਡਰ ਦੇ ਉੱਪਰ? जी बिल्कुल टिकरी बॉर्डर का मैं ਤੁਹਾਨੂੰ ਦੱਸਣਾ ਚਾਹਾਂਗਾ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜ਼ਮੀਨ ਦੇ ਉੱਤੇ ਗੱਦੇ ਵਿਛਾਏ ਹੋਏ ਨੇ ਔਰ ਸਾਰਾ ਦਿਨ ਕਿਸਾਨ ਇਸੇ ਤਰ੍ਹਾਂ ਹੀ ਗੱਦਿਆਂ ਤੇ ਇਸੇ ਹੀ ਗੱਦਿਆਂ ਤੇ ਸੌਂਦੇ ਨੇ ਰਾਤ ਨੂੰ ਔਰ ਇਸੇ ਗੱਦਿਆਂ ਤੇ ਪੂਰਾ ਦਿਨ ਨਿਕਲਦਾ ਔਰ ਪੂਰਾ ਦਿਨ ਜਿਹੜਾ ਧਰਨਾ ਮੁਜ਼ਾਹਰਾ ਇਸੇ ਤਰ੍ਹਾਂ ਜਾਰੀ ਰਹਿੰਦਾ। ਕੁਝ ਕਿਸਾਨ ਸਾਡੇ ਨਾਲ ਨੇ ਉਹਨਾਂ ਨਾਲ ਗੱਲ ਕਰਾਂਗੇ। ਬਾਪੂ ਜੀ, ਕੇਂਦਰ ਵੱਲੋਂ ਜੋ ਪ੍ਰਪੋਜ਼ਲ ਭੇਜਿਆ ਗਿਆ ਜਿਸ ਤਰ੍ਹਾਂ ਨਿਊਜ਼ 18 ਪੰਜਾਬ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਦੇ ਵਿੱਚ ਕਿਹਾ ਗਿਆ ਹੈ ਕਿ ਅਸੀਂ ਪੈਨ ਕਾਰਡ ਦੀ ਜਗ੍ਹਾ ਇੱਕ ਲਾਇਸੈਂਸ ਦੇਣ ਲਈ ਤਿਆਰ ਹਾਂ ਔਰ ਨਾਲ ਦੀ ਨਾਲ ਕੁਝ ਟੈਕਸ ਵੀ ਉਹਨਾਂ ਨੂੰ ਭਰਨਾ ਪਏਗਾ ਔਰ ਵੱਡੀ ਗੱਲ ਕਿ ਜਿਹੜੀ ਕਿਹਾ ਜਾ ਰਿਹਾ ਸੀ ਕਿ ਹੁਣ ਕਿਸਾਨ ਐਸਡੀਐਮ ਤੱਕ ਜਾਂ ਡੀਸੀ ਤੱਕ ਪਹੁੰਚ ਕਰ ਸਕਦੇ ਆ, ਉਹ ਹੁਣ ਅਦਾਲਤਾਂ ਦਾ ਰੁਖ ਕਰ ਸਕਦੇ। ਕਿਸ ਤਰ੍ਹਾਂ ਦੇਖ ਰਹੇ ਹੋ ਕੇਂਦਰ ਦੇ ਪ੍ਰਪੋਜ਼ਲ ਨੂੰ? ਅਸੀਂ ਦੇਖ ਰਹੇ ਹਾਂ ਵੀ ਕੇਂਦਰ ਨੂੰ ਇੱਕੋ ਬੇਨਤੀ ਕਰਨਾ ਚਾਹੁੰਦੇ ਵੀ ਇਹ ਕਾਨੂੰਨ ਜਿਹੜਾ ਇਹ ਰੱਦ ਕੀਤਾ ਜਾਵੇ। ਸਾਨੂੰ ਸ਼ੰਕੇ ਨੇ
ਇਸ ਕਾਨੂੰਨ ਦੀਆਂ ਸੋਧਾਂ ਵਿੱਚ ਅਸੀਂ ਫਿਰ ਮੇਜ਼ ਤੇ ਬਹਿ ਕੇ ਕਿਤੇ ਕਿਸਾਨ ਗਲਤ ਨਾ ਹੋ ਜਾਈਏ। ਅਸੀਂ ਬੇਨਤੀ ਕਰਦੇ ਹਾਂ ਵੀ ਇਹ ਕਾਨੂੰਨ ਸਾਰੇ ਦਾ ਸਾਰਾ ਕਾਨੂੰਨ ਇਹ ਖੇਤੀਬਾੜੀ ਵਾਲਾ ਰੱਦ ਕਰਕੇ ਪਹਿਲਾਂ ਦੀ ਤਰ੍ਹਾਂ ਜਿਹੜਾ ਕਾਨੂੰਨ ਹੈ ਉਹ ਹੋਣਾ ਚਾਹੀਦਾ ਹੈ। ਇਹ ਭਰਮ ਭੁਲੇਖੇ ਨਾ ਪਾਉਣ। ਇਹ ਕਿਉਂ ਸੋਧਾਂ ਕਰਦੇ ਨੇ ਜਦੋਂ ਅਸੀਂ ਸੋਧਾਂ ਨਹੀਂ ਚਾਹੁੰਦੇ। ਸੋ ਸਾਫ਼ ਤੌਰ ਤੇ ਜਿੰਨਾ ਚਿਰ ਕਾਨੂੰਨ ਰੱਦ ਨਹੀਂ ਹੁੰਦੇ ਮੋਰਚੇ ਇਸੇ ਤਰ੍ਹਾਂ ਜਾਰੀ ਰਹਿਣਗੇ। ਹਾਂਜੀ, ਜਿੰਨਾ ਚਿਰ ਇਹ ਕਾਨੂੰਨ ਰੱਦ ਨਹੀਂ ਹੁੰਦੇ ਸਾਡੇ ਯੂਨੀਅਨ ਵੱਲੋਂ ਕਾਲ ਹੈ ਵੀ ਕਿਸਾਨ ਭਰਾਵੋ ਮੋਰਚੇ ਲਾਈ ਰੱਖੋ। ਆਪਾਂ ਕੇਂਦਰ ਸਰਕਾਰ ਤੋਂ ਇਹ ਕਾਨੂੰਨ ਰੱਦ ਕਰਕੇ ਰਵਾਂਗੇ। ਅਸੀਂ ਡਟੇ ਹੋਏ ਹਾਂ। ਸਾਡੇ ਦੇਖ ਰਹੇ ਹੋ ਤੁਸੀਂ ਸਾਡੇ ਨਾਲ ਔਰ ਸਮਝ ਰਹੇ ਹੋ ਅਸੀਂ ਆਪਣਾ ਸਾਰਾ ਖਾਣਾ ਦਾਣਾ ਰਹਿائش ਔਰ ਸਾਰੇ ਲੈ ਕੇ ਆਏ ਹਾਂ। ਅਸੀਂ ਮੋਰਚੇ ਤੱਕ ਰਵਾਂਗੇ। ਅੱਗੇ ਸਾਡੇ ਨੇਤਾ ਜੋ ਕਰਨਗੇ ਫਿਰ ਉਹ ਸਾਨੂੰ ਮਨਜ਼ੂਰ ਹੋਵੇਗਾ। ਕੀ ਲੱਗ ਰਿਹਾ ਜਿਸ ਤਰ੍ਹਾਂ ਇੱਕ ਤੋਂ ਬਾਅਦ ਇੱਕ ਮੀਟਿੰਗ ਕੀਤੀ ਜਾ ਰਹੀ ਹੈ ਮੀਟਿੰਗਾਂ ਦੇ ਨਾਲ ਕਿਸੇ ਮਸਲੇ ਦਾ ਹੱਲ ਨਿਕਲ ਸਕਦਾ? ਹੱਲ ਤਾਂ ਨਿਕਲ ਸਕਦਾ ਹੈ, ਪਰ ਜੇ ਸਾਡੇ ਨਾਲ ਧੋਖਾਧੜੀ ਨਾ ਕਰਨ ਤਾਂ। ਪਰ ਇਹ ਬੇਈਮਾਨ ਨੇ ਕੱਢ ਨਹੀਂ ਰਹੇ ਤਾਂ ਹੱਲ ਸਾਨੂੰ ਵਰਚਾ ਕੇ ਲੰਮਾ ਟਾਈਮ ਲਮਕਾਉਣਾ ਚਾਹੁੰਦੇ ਨੇ। ਪਰ ਇਹ ਜਿੰਨਾ ਚਿਰ ਰੱਦ ਨਹੀਂ ਕਰਨਗੇ ਅਸੀਂ ਕੋਈ ਵੀ ਇੱਥੋਂ ਕਿਸਾਨ ਵਾਪਸ ਨਹੀਂ ਜਾਵਾਂਗੇ ਜੀ, ਇੱਥੇ ਹੀ ਡਟੇ ਰਵਾਂਗੇ। ਕੱਲ ਵੀ ਇੱਕ ਕੇਂਦਰ ਨੇ ਮੀਟਿੰਗ ਬੁਲਾ ਲਈ ਹੈਗੀ। ਕੱਲ ਵੀ ਅਮਿਤ ਸ਼ਾਹ ਨਾਲ ਮੀਟਿੰਗ ਹੋਈ ਸੀ। ਅੱਜ ਦੀ ਜੋ ਮੀਟਿੰਗ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ ਸੀ। ਕੱਲ੍ਹ ਨੂੰ ਕੇਂਦਰ ਨਾਲ ਇੱਕ ਹੋਰ ਮੀਟਿੰਗ ਹੋਣ ਜਾ ਰਹੀ ਹੈ 10 ਤਰੀਕ ਨੂੰ। ਇਸ ਮੀਟਿੰਗ ਨੂੰ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਕਿਸਾਨ ਦੇ ਤੌਰ ਤੇ? ਅਸੀਂ ਤਾਂ ਇਹ ਚਾਹੁੰਦੇ ਹਾਂ ਵੀ ਸਾਡਾ ਛੇਤੀ ਤੋਂ ਛੇਤੀ ਮਸਲਾ ਹੱਲ ਹੋਣ। ਇਹ ਸਾਨੂੰ ਜ਼ਿਮੀਂਦਾਰ ਨੂੰ ਲਮਕਾਉਣਾ ਚਾਹੁੰਦੇ ਨੇ ਤੇ ਜ਼ਿਮੀਂਦਾਰ ਆਪੋ ਆਪਦੇ ਘਰਾਂ ਨੂੰ ਚਲੇ ਜਾਣ। ਪਰ ਅਸੀਂ ਘਰ ਨਹੀਂ ਜਾਵਾਂਗੇ। ਅਸੀਂ ਤਾਂ ਭਾਵੇਂ 6 ਮਹੀਨੇ ਲੱਗ ਜਾਣ, ਅਸੀਂ ਰਾਸ਼ਨ ਲੈ ਕੇ ਆਏ ਇੱਥੇ। ਅਸੀਂ ਸਾਰਾ ਪੱਕਾ ਇੱਥੇ ਇੰਤਜ਼ਾਮ ਕਰਕੇ ਆਏ ਜੀ, ਇੱਥੇ ਰਵਾਂਗੇ। ਕੇਂਦਰ ਕਹਿ ਰਿਹਾ ਜੀ ਕਿ ਜੋ ਵੀ ਤੁਸੀਂ ਸੋਧ ਕਰਾਉਣੀ ਚਾਹੁੰਦੇ ਤੁਸੀਂ ਦੱਸੋ, ਤੁਹਾਡੇ ਖਦਸ਼ੇ ਦੂਰ ਕੀਤੇ ਜਾਣਗੇ। ਬਿੱਲ 'ਚ ਜੋ ਕਮੀ ਉਹਨਾਂ ਨੂੰ ਦੂਰ ਕੀਤਾ ਜਾਊਗਾ। ਬਿੱਲ ਰੱਦ ਕਰਨ ਦੀ ਬਜਾਏ ਬਿੱਲਾਂ 'ਚ ਸੋਧ ਕੀਤੀ ਜਾਵੇ। ਅਸੀਂ ਰੱਦ ਕਰਾਉਣੇ ਚਾਹੁੰਦੇ ਜੀ, ਬਿਲਕੁਲ ਰੱਦ। ਅਸੀਂ ਸੋਧ ਨਹੀਂ ਕਰਾਉਣੀ ਚਾਹੁੰਦੇ, ਬਿਲਕੁਲ ਰੱਦ ਹੋਣ। ਏ ਤੋਂ ਲੈ ਕੇ ਜੈਡ ਤੱਕ ਜੋ ਕਾਨੂੰਨ ਬਣੇ ਰੱਦ ਹੋਣ। ਹਾਂਜੀ, ਸਾਡੇ ਨੇਤਾ ਸਾਹਿਬਾਨ ਮੀਟਿੰਗ ਉਹਨਾਂ ਨਾਲ ਕਰ ਰਹੇ ਹਨ। ਕੇਂਦਰ ਇਹ ਗੱਲ ਲੰਮੀ ਕਰ ਰਿਹਾ ਹੈ ਔਰ ਨਾਲ ਕੇਂਦਰ ਆਪਣੀ ਕੂਟਨੀਤੀ ਵੀ ਅਪਣਾ ਰਿਹਾ ਹੈ। ਬਈ ਇਹ ਸਾਡੇ 31 ਦੇ ਉੱਤੇ 13 ਬੰਦੇ ਕਦੇ ਕਰ ਦੇਣੇ, ਕਦੇ 5 ਬੰਦਿਆਂ ਨੂੰ ਬੁਲਾ ਲੈਣਾ। ਸਾਨੂੰ ਸ਼ੰਕਾ ਹੈ ਕੇਂਦਰ ਜਿਹੜਾ ਹੈ ਇਹ ਸਾਨੂੰ ਜਿਹੜਾ ਖਰਾਬ ਕਰੇਗਾ। ਸੋ ਸਾਡੇ ਨੇਤਾ ਤਾਂ ਸਿਆਣੇ ਨੇ, ਉਹ ਬੋਲਦੇ ਵੀ ਨਹੀਂ, ਖਾਣਾ ਵੀ ਆਪਦਾ ਖਾਂਦੇ ਨੇ, ਉਹ ਰੋਸ ਵੀ ਕਰਦੇ ਨੇ। ਪਰ ਕੇਂਦਰ ਸਰਕਾਰ ਕੋਲ ਇਸ ਵੇਲੇ ਤਾਕਤ ਹੈ, ਉਹ ਅਜੇ ਤੱਕ ਸਾਡੀ ਕੋਈ ਗੱਲ ਨਹੀਂ ਗੋਲਦਾ। ਜਿਸ ਤਰ੍ਹਾਂ ਕੱਲ ਅਮਿਤ ਸ਼ਾਹ ਨੇ 13 ਮੈਂਬਰਾਂ ਦੀ 13 ਕਮੇਟੀਆਂ ਦੀ ਇੱਕ ਮੀਟਿੰਗ ਬੁਲਾਈ, ਕੀ ਲੱਗਦਾ ਹੈ ਕਿ ਕੇਂਦਰ ਪਾੜਨ ਦੀ ਕੋਸ਼ਿਸ਼ ਕਰ ਰਿਹਾ ਕਿਸਾਨਾਂ ਨੂੰ? ਬਿਲਕੁਲ 16 ਨੇ। ਮਾੜੇ ਤੋਂ ਮਾੜਾ ਅਣਜਾਣ ਤੋਂ ਅਣਜਾਣ ਬੰਦੇ ਨੂੰ ਇਹ ਪਤਾ ਲੱਗਦਾ ਹੈ ਕੇਂਦਰ ਦੀ ਚਾਲ ਹੈ ਜਿੰਨੇ ਥੋੜੇ ਹੋਣਗੇ ਉਹਨਾਂ ਨੂੰ ਛੇਤੀ ਕਾਬੂ ਕੀਤਾ ਜਾਵੇਗਾ ਔਰ ਉਹਨਾਂ ਦੀਆਂ ਖਾਮੀਆਂ ਲੱਭ ਕੇ, ਉਹਨਾਂ ਦੀਆਂ ਕਮਜ਼ੋਰੀਆਂ ਲੱਭ ਕੇ ਕੇਂਦਰ ਸਰਕਾਰ ਉਹਨਾਂ ਨੂੰ ਖਰੀਦਣਾ ਚਾਹੁੰਦਾ ਹੈ। ਕੀ ਲੱਗਦਾ ਹੈ ਕਿ ਕੇਂਦਰ ਜੇਕਰ ਪਾੜਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਕੀ ਕੇਂਦਰ ਇਸ ਚੀਜ਼ ਦੇ ਵਿੱਚ ਕਾਮਯਾਬ ਹੋਏਗਾ ਕਿ 13 ਦੀ ਮੀਟਿੰਗ ਬੁਲਾ ਕੇ 15 ਦੀ ਮੀਟਿੰਗ ਬੁਲਾ ਕੇ ਕਿਸਾਨਾਂ ਨੂੰ ਦੋ ਫੜ ਕਰਨ 'ਚ ਕੋਈ ਕਾਮਯਾਬ ਹੋਏਗਾ? ਬਿਲਕੁਲ ਨਹੀਂ। ਕੇਂਦਰ ਛੱਡ ਦੇਵੇ ਗੱਲ। ਅੱਜ ਕੇਂਦਰ ਇਹ ਸੋਚ ਲਵੇ ਜਿਹੜੇ ਇੱਥੇ ਨੇਤਾ ਆਏ ਨੇ ਉਹਨਾਂ ਦੇ ਮਗਰ ਲੱਖਾਂ ਲੋਕ ਨੇ। ਜਾ ਕੇ ਬਾਰਡਰਾਂ ਤੇ ਦੇਖੋ, ਬੱਚੇ, ਬੀਬੀਆਂ, ਨੌਜਵਾਨ ਭੈਣਾਂ, ਬਜ਼ੁਰਗਾਂ, ਇਹ ਸਾਰੇ ਲੋਕ ਆਏ ਨੇ। ਕੇਂਦਰ ਦੇ ਵਿੱਚ ਗਲਤਫਹਿਮੀ ਨਹੀਂ ਹੋਣੀ ਚਾਹੀਦੀ। ਦੂਜੀ ਮੈਂ ਗੱਲ ਦੱਸਣੀ ਚਾਹੁੰਦਾ, ਇਹ ਕਿਸਾਨ ਉਹ ਨਹੀਂ, ਇਹ ਕਿਸਾਨ BSc MSc ਇੰਜੀਨੀਅਰ ਔਰ ਚੰਗੇ ਸੂਝਵਾਨ ਬੰਦੇ ਨੇ। ਇਹ ਕੇਂਦਰ ਨੂੰ ਹਰ ਗੱਲ ਦਾ ਜਵਾਬ ਦੇਣਗੇ। ਇੱਕੋ ਸਾਡਾ ਨਾਰਾ ਹੈ ਬਈ ਸਾਡਾ ਕਾਨੂੰਨ ਜਿਹੜਾ ਕਾਲਾ ਕਾਨੂੰਨ ਖੇਤੀ ਦਾ ਰੱਦ ਕੀਤਾ ਜਾਵੇ। ਸਾਫ਼ ਤੌਰ ਤੇ ਤੁਸੀਂ ਬਜ਼ੁਰਗਾਂ ਨੂੰ ਸੁਣਿਆ, ਨੌਜਵਾਨਾਂ ਨੂੰ ਸੁਣਿਆ, ਜਿਨ੍ਹਾਂ ਦਾ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਜਿਹੜੇ ਕਾਨੂੰਨ ਰੱਦ ਕਰੋ। ਕੁਝ ਹੋਰ ਬੰਦੇ ਨੇ ਕੇਂਦਰ ਕਹਿ ਰਿਹਾ ਸੀਗਾ ਪਿਛਲੇ ਦਿਨਾਂ ਦੇ ਵਿੱਚ ਕਿ ਠੰਡ ਬਹੁਤ ਵੱਧ ਗਈ ਹੈ, ਠੰਡ ਦੇ ਵਿੱਚ ਧਰਨੇ ਮੁਜ਼ਾਹਰੇ ਲਾਉਣਾ ਔਖਾ ਹੈਗਾ, ਬਜ਼ੁਰਗ ਤੇ ਬੱਚੇ ਵਾਪਸ ਚਲੇ ਜਾਣ। ਇਹ ਸਹੀ ਆਦਾ ਸਮਾਨ ਬਿਸਤਰੇ ਨਾਲ ਨੇ, ਠੰਡ ਤਾਂ ਸਾਨੂੰ ਕੋਈ ਠੰਡ ਨਹੀਂ ਲੱਗਦੀ। ਇਹ ਤਾਂ ਬੱਚੇ ਵੀ ਇੱਥੇ ਰਹਿਣਗੇ ਉਹਨਾਂ ਚਿਰ, ਬਜ਼ੁਰਗ ਵੀ ਇੱਥੇ ਰਹਿਣਗੇ ਜਿੰਨਾ ਚਿਰ ਬਿੱਲ ਸਰਕਾਰ ਵਾਪਸ ਨਹੀਂ ਲੈਂਦੀ। ਅਸੀਂ ਵਾਪਸ ਨਹੀਂ ਜਾਵਾਂਗੇ। ਹਾਂਜੀ, ਕੇਂਦਰ ਦਾ ਇਹ ਮਤਲਬ ਸੀ ਬਜ਼ੁਰਗ ਚਲੇ ਜਾਣ, ਬੀਬੀਆਂ ਚਲੀਆਂ ਜਾਣ, ਬੱਚੇ ਚਲੇ ਜਾਣ। ਇਹ ਹੌਲੀ ਜਿਹੜੀ ਭੀੜ ਹੈ ਇਹ ਘੱਟ ਹੁੰਦੀ ਜਾਵੇ, ਸੰਘਰਸ਼ ਦਾ ਅੱਧਾ ਲੱਕ ਟੁੱਟ ਜਾਵੇ। ਜਿਵੇਂ ਸੱਪ ਨੂੰ ਮਾਰਨ ਲੱਗਿਆ ਜੇ ਉਹਦੀ ਸਿਰੀ ਨਾ ਲੱਭੀ ਤਾਂ ਉਹਨੂੰ ਵਿਚਾਲਿਓ ਮਾਰ ਦਿੱਤਾ ਜਾਂਦਾ ਹੈ ਤਾਂ ਕਿ ਮੁੜ ਕੇ ਉਹ ਤੁਰਨ ਜੋਗਾ ਨਹੀਂ ਰਹਿੰਦਾ, ਮੁੜ ਕੇ ਉਹਦੀ ਸਿਰੀ ਕੁੱਟ ਦਿੱਤੀ ਜਾਂਦੀ ਹੈ। ਸੋ ਇਹਨਾਂ ਦਾ ਮਤਲਬ ਇਹ ਹੋਇਆ ਬਈ ਅੱਧੇ ਲੋਕ, ਬੀਬੀਆਂ, ਬਜ਼ੁਰਗ ਤੇ ਬੱਚਿਆਂ ਨੂੰ ਘੱਲ ਦਿੱਤਾ ਜਾਵੇ। ਠੰਡ ਤਾਂ ਸਾਨੂੰ ਲੱਗਦੀ ਹੈ, ਮੋਦੀ ਸਾਹਿਬ ਤੁਹਾਨੂੰ ਠੰਡ ਨਹੀਂ ਲੱਗਦੀ। ਤੁਸੀਂ ਤਾਂ ਅੱਜ ਸਾਡੇ ਤੇ ਜ਼ੁਲਮ ਕਰ ਰਹੇ ਹੋ। ਮੋਦੀ ਸਾਹਿਬ
ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਇਹ ਬਹਾਨੇ ਬਣਦੇ ਨੇ, ਤਖਤੇ ਇਸ ਤਰ੍ਹਾਂ ਹੀ ਪਲਟੇ ਜਾਂਦੇ ਨੇ। ਕੋਈ ਪਰਮਾਤਮਾ ਵੱਲੋਂ ਕੋਈ ਨਾ ਕੋਈ ਬਹਾਨਾ ਬਣਦਾ ਹੈ। ਮੋਦੀ ਸਾਹਿਬ, ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ, ਸਾਨੂੰ ਕਿਸਾਨਾਂ ਨੂੰ ਤੰਗ ਨਾ ਕਰੋ, ਸਾਨੂੰ ਸਾਡੇ ਜੀਵਨ ਤੇ ਰਹਿਣ ਦਿਓ। ਸਾਡੀ ਪਹਿਲਾਂ ਤਰ੍ਹਾਂ ਫਸਲ ਵਿਕੇ, ਪਹਿਲਾਂ ਤਰ੍ਹਾਂ ਸਾਡੇ ਸਾਰੇ ਕੰਮ ਹੋਣ, ਆੜਤੀਏ ਸਾਡੇ ਨਾਲ ਰਹਿਣ, ਅਸੀਂ ਆੜਤੀਆਂ ਨਾਲ ਰਹੀਏ। ਮੋਦੀ ਸਾਹਿਬ ਦਫਾੜਾ ਨਾ ਪਾਓ। 70 ਸਾਲ ਦਾ ਇਹ ਕਾਨੂੰਨ ਸਹੀ ਚੱਲ ਰਿਹਾ ਹੈ ਤੇ ਤੁਸੀਂ ਆਉਂਦਿਆਂ ਕੀ ਕੀਤਾ? ਤੁਸੀਂ ਲੋਕਡਾਊਨ ਕਰ ਦਿੰਦੇ ਹੋ, ਨੋਟਬੰਦੀ ਕਰ ਦਿੰਦੇ ਹੋ, ਤੁਸੀਂ ਬੜੀਆਂ ਜਾਤੀਆਂ ਕਰਦੇ ਹੋ, ਬੜੀਆਂ ਜਾਤੀਆਂ ਕਰਦੇ ਹੋ। ਇੱਕ ਪੰਜਾਬ ਕਿਸਾਨ ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਸਾਰੇ ਮੱਧ ਪ੍ਰਦੇਸ਼ ਤੱਕ ਸਾਡੇ ਕਿਸਾਨ ਸਾਡੇ ਨਾਲ ਨੇ। ਤੇ ਹੁਣ ਸਾਡਾ ਨਾਰਾ ਵੀ ਇਹੋ ਹੀ ਹੋਵੇਗਾ, ਪੰਜਾਬ, ਹਰਿਆਣਾ, ਰਾਜਸਥਾਨ, ਬਾਕੀ ਸਟੇਟਾਂ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਲੱਗ ਰਿਹਾ ਕਿ 1966 ਚ ਬੇਸ਼ੱਕ ਵੰਡ ਕੇ 2 ਰਾਜ ਬਣ ਗਏ ਸੀ, ਅੱਜ ਫਿਰ ਉਹ ਦੋਨੇ ਰਾਜ ਇੱਕ ਹੋ ਗਏ ਨੇ। ਹਾਂਜੀ, ਅਸੀਂ ਅੱਜ ਬਹਾਦਰਗੜ੍ਹ ਦੇ ਠਿੱਕਰੀ ਉੱਤੇ, ਠਿੱਕਰੀ ਕੋਲ ਬਾਰਡਰ ਤੇ ਆ। ਮੇਰੀ ਗੱਲਬਾਤ ਹਰਿਆਣੇ ਨਾਲ ਹੋਈ ਸੀ। ਉਹ ਜਾਟ ਪਰਿਵਾਰ ਦੇ ਸੀ, ਕੁਝ ਵਿਸ਼ਰੋਈ ਸੀ। ਉਹ ਕਹਿੰਦੇ ਸਰਦਾਰ ਜੀ, ਸਾਨੂੰ ਤਾਂ ਅੱਜ ਪਤਾ ਲੱਗਾ ਹੈ ਤੁਹਾਡੇ ਨਾਲ ਗੱਲਾਂ ਕਰਕੇ, ਇੰਨੇ ਖੁਸ਼ ਦਿਲ ਬੰਦੇ, ਇੰਨੇ ਚੰਗੇ ਇਨਸਾਨ, ਐਡੇ ਚੰਗੇ ਸੁਭਾਅ, ਸਾਨੂੰ ਤਾਂ ਡਰਾਇਆ ਜਾ ਰਿਹਾ ਸੀ ਸਿੱਖ ਜਿਹੜੇ ਨੇ ਇਹ ਬੜੇ ਪੰਜਾਬ ਦੇ ਮਾੜੇ ਨੇ। ਇਸ ਕਰਕੇ ਸਾਨੂੰ ਤਾਂ ਅੱਜ ਪਤਾ ਲੱਗਾ ਹੈ। ਔਰ ਮੈਂ ਹਰਿਆਣੇ ਦਾ ਧੰਨਵਾਦ ਕਰਨਾ ਚਾਹੁੰਦਾ, ਜਿੰਨਾ ਸੋਗ ਹਰਿਆਣੇ ਨੇ ਸਾਨੂੰ ਦਿੱਤਾ, ਸਹਿਯੋਗ, ਸਾਨੂੰ ਫਲ, ਦੁੱਧ, ਕੀ ਚੀਜ਼, ਕੋਈ ਹਰ ਚੀਜ਼ ਸਾਨੂੰ ਹਰਿਆਣੇ ਨੇ ਦਿੱਤੀ ਹੈ। ਮੈਂ ਹਰਿਆਣੇ ਦਾ ਧੰਨਵਾਦੀ ਹਾਂ। ਅਸੀਂ ਉਹਨਾਂ ਦੇ ਸ਼ੰਕੇ ਦੂਰ ਹੋ ਗਏ। ਅੱਜ ਉਹ ਸਾਨੂੰ ਭਰਾ ਕਹਿੰਦੇ ਨੇ ਆਪਾਂ ਭਰਾ, ਆਪਾਂ ਵੰਡ ਵੇਲੇ ਅੱਡੋ ਅੱਡ ਹੋਏ ਆ, ਆਪਣੇ ਘਰਾਂ 'ਚ ਭਰਾ ਵੀ ਅੱਡ ਹੁੰਦੇ ਨੇ। ਅੱਜ ਉਹਨਾਂ ਦੇ ਸ਼ੰਕੇ ਦੂਰ ਹੋ ਗਏ ਨੇ, ਉਹ ਸਾਡੇ ਤੇ ਬਹੁਤ ਰਾਜੀ ਨੇ, ਅਸੀਂ ਉਹਨਾਂ ਤੇ ਬਹੁਤ ਰਾਜੀ। 1986 ਦੇ ਵਿੱਚ ਤੁਹਾਡਾ ਬਾਦਲ ਲੰਬੀ ਦਾ ਏਰੀਆ। 1986 ਚ ਇੱਕ ਗੱਲ ਬਹੁਤ ਮਸ਼ਹੂਰ ਹੋਈ ਸੀ ਕਿ ਕੱਦੂ ਖੇੜਾ ਕਰੂ ਨਵੇੜਾ। ਅੱਜ ਲੱਗ ਰਿਹਾ ਕਿ 2020 ਚ ਆ ਕੇ ਉਹ ਨਵੇੜਾ ਹੋ ਚੁੱਕਿਆ। ਹਾਂਜੀ, ਇਹ ਬਿਲਕੁਲ ਕੱਦੂ ਖੇੜਾ ਕਰੂ ਨਵੇੜਾ। ਉਸ ਵੇਲੇ ਵੀ ਸਾਡੇ ਮਰਦਮਸ਼ੁਮਾਰੀ ਉੱਥੇ ਪਿੰਡ ਦੀ ਹੋਈ ਸੀ। ਉਸ ਪਿੰਡ ਦੇ ਵਿੱਚ ਬਹੁਤ ਗਿਣਤੀ ਪੰਜਾਬੀਆਂ ਦੀ ਸੀ। ਉਸ ਪਿੰਡ ਤੋਂ ਅੱਗੇ ਰਸਤਾ ਨਾ ਬਣਨ ਕਰਕੇ ਤੇ ਗਾਂ ਹਰਿਆਣੇ ਦਾ ਕੋਈ ਵਾਅਦਾ ਨਾ ਬਣਿਆ। ਇਸ ਕਰਕੇ ਉਸੇ ਤਰ੍ਹਾਂ ਹੀ ਬਿਲਕੁਲ ਬਜ਼ੁਰਗਾਂ ਦੇ ਵਿੱਚ ਰੋਸ ਵੀ ਔਰ ਨਾਲ ਹੀ ਠਰਮੇ ਨਾਲ ਗੱਲ ਵੀ ਕਰ ਰਹੇ ਨੇ। ਰੋਹਿਤ, ਤੁਸੀਂ ਤਸਵੀਰਾਂ ਦਿਖਾਉਂਦੇ ਰਹੋ ਤਾਂ ਬਜ਼ੁਰਗ ਜਿੱਥੇ ਸੇਧ ਕਰ ਰਹੇ ਨੇ ਇਸ ਅੰਦੋਲਨ ਨੂੰ, ਤਾਂ ਨਾਲ ਹੀ ਕਿਤੇ ਨਾ ਕਿਤੇ ਸ਼ਾਂਤੀਮਈ ਵੀ ਪ੍ਰਦਰਸ਼ਨ ਉਹਨਾਂ ਵੱਲੋਂ ਜਾਰੀ ਹੈ। ਤਾਂ ਇੱਕ ਵਾਰ ਫਿਰ ਤੋਂ ਰੁਕ ਕਰਦੇ ਆ ਮੇਰੇ ਸਹਿਯੋਗੀ ਉਮੇਸ਼ ਸ਼ਰਮਾ ਔਰ ਸੂਰਜਪਾਨ ਵੀ ਜੁੜੇ ਨੇ। ਸਭ ਤੋਂ ਪਹਿਲਾਂ ਚੱਲਦੇ ਹਾਂ ਉਮੇਸ਼ ਦੇ ਕੋਲ। ਉਮੇਸ਼, ਤੁਸੀਂ ਲਗਾਤਾਰ ਗਰਾਊਂਡ ਜ਼ੀਰੋ ਤੋਂ ਬਣੇ ਹੋਏ ਹੋ, ਜਿੱਥੇ ਮੀਟਿੰਗ ਚੱਲ ਰਹੀ ਹੈ ਸਿੰਘੂ ਬਾਰਡਰ ਦੇ ਉੱਪਰ ਦੇਸ਼ ਵਿਆਪੀ ਜਥੇਬੰਦੀਆਂ ਦੀ, ਹੁਣ ਕੀ ਅਪਡੇਟ ਹੈ? बुल्लर जी, मीटिंग हले भी जारी है। शटर जब तक खुलेगा नहीं तब तक ये मन के चलो अंदर मीटिंग का दौर जारी है, क्योंकि 2 मीटिंग होनिया ने। एक पंजाब दी किसान जथेबंदियां दी, एक मीटिंग होनी है ऑल इंडिया किसान लेवल मोर्चे की। ये शटर हले बंद है, इसका मतलब है कि अंदर मीटिंग का दौर जारी है। कुछ देर पहले ही योगेंद्र यादव इत्थे पहुंचे सन, होर भी जथेबंदियां दे जिहड़े भारत दी दूजी जथेबंदियां ने उन्हां दे भी आगू इत्थे पहुंचे ने अंदर। ते मीटिंग किन्नी लंबी चलेगी कह नहीं सकते। प्रपोजल की आपां गल पुछी सी, वो कहंदे कि उही सारे विचार विमर्श असीं पुछण चले हैं, करन चले हैं भी की रहेगा प्रपोजल जिहड़ा केंद्र सरकार ने भेजिया है, वो उस ते की किसानां दा रुख रहिंदा। लेकिन योगेंद्र यादव कहंदे ने कि जदों इस बार कहता भी कानून रद्द चाहिए ने, तां इहदा मतलब बार-बार जिहड़ी सरकार है वो क्यों प्रपोजल भेज रही है, ये योगेंद्र यादव का कहना है। लेकिन किसान जथेबंदियां की सोचदियां ने इस प्रपोजल से, की उन्हों का मन है, ये तां ही पता चलेगा जदों ये शटर खुलेगा। किसान आगू है कि इत्थे आके मीडिया नाल गल करनगे। मीटिंगां 2 होणियां ने, पहला पंजाब दी ते दूजी ऑल इंडिया किसान लेवल दी। आगू सारे अंदर ही ने, पंजाब दे भी ते ऑल इंडिया लेवल दे किसान जिहड़े आगू ने वो सारे अंदर ही ने। मीटिंग का अज लंबा चलन का इस करके भी हैगा एक आशंका है, क्योंकि कल की जिहड़ी सरकार ने, केंद्र सरकार ने मीटिंग रखी है और उहदा भी रूपरेखा तैयार करनी है कि इस मीटिंग च की होएगा, इस मीटिंग किदां, इस मीटिंग का वेरवा बनेगा। आगू एक गल आगू फिर इत्थे सानू नज़र आया जिहा अंदरों जिहड़ी जानकारी मिल रही है कि अमित शाह दे घर दी मीटिंग जिहड़ी होई सीगी, उस मीटिंग विच ते जिहड़ी कल सरकार दी मीटिंग होनी है, की रूपरेखा है और सेंटर का जिहड़ा प्रपोजल है ਉਹਦੇ ਉੱਤੇ ਵੀ पूरी गलबात अंदर तरीके नाल सारे आगू जिहड़े ने वो करन जुटे हुए ने जी।
ਬਿਲਕੁਲ ਉਮੇਸ਼, ਜੇਕਰ ਗੱਲ ਕੀਤੀ ਜਾਵੇ ਤਾਂ ਬਹੁਤ ਹੀ ਹਾਈ ਪ੍ਰੋਫਾਈਲ ਇਹਨੂੰ ਕਿਸਾਨੀ ਲੈਵਲ ਤੇ ਆਪਾਂ ਮੀਟਿੰਗ ਕਹਿ ਸਕਦੇ ਹਾਂ, ਕਿਉਂਕਿ ਬਹੁਤ ਵੱਡਾ ਤੇ ਅਹਿਮ ਫੈਸਲਾ ਅੱਜ ਸਾਹਮਣੇ ਆ ਸਕਦਾ ਹੈ, ਕਿਉਂਕਿ ਕਿਤੇ ਨਾ ਕਿਤੇ ਅੱਜ ਦੀ ਮੀਟਿੰਗ ਤੋਂ ਬਾਅਦ ਹੀ ਜਿਹੜੀ ਅਗਲੀ ਤਸਵੀਰ ਹੈ ਉਹ ਸਾਫ਼ ਹੋਣੀ ਹੈ। ਕੀ ਕਿਸਾਨ ਜਥੇਬੰਦੀਆਂ ਅੱਗੇ ਗੱਲਬਾਤ ਲਈ ਜਾਣਗੀਆਂ ਜਾਂ ਫਿਰ ਇੱਥੇ ਹੀ ਅੱਜ ਪੂਰਨ ਵਿਰਾਮ ਲੱਗ ਜਾਵੇਗਾ? ਜਿਹੜਾ ਮੁਲਾਕਾਤਾਂ ਦਾ ਦੌਰ, ਗੱਲਬਾਤ ਦਾ ਰਾਬਤਾ ਚੱਲ ਰਿਹਾ ਹੈ ਕਿਸਾਨ ਅਤੇ ਕੇਂਦਰ ਦੇ ਵਿਚਾਲੇ ਲਗਾਤਾਰ। ਉਮੇਸ਼, ਕੀ ਤੁਹਾਡੇ ਕੋਲ ਕੋਈ ਅਪਡੇਟ ਹੈ ਹੁਣ ਇਸ ਵੇਲੇ? ਜਿਹੜੀ ਹੈਗੀ ਹੈ ਕਿ ਜਿਹੜੀ ਅੰਦਰ ਮੀਟਿੰਗ ਹੈ, ਕਿਸਾਨ ਆਗੂ ਇਸ ਗੱਲ ਤੇ ਜਿਹੜਾ ਕੇਂਦਰ ਸਰਕਾਰ ਨੇ ਜਿਹੜਾ ਪ੍ਰਪੋਜ਼ਲ ਭੇਜਿਆ ਉਸ ਗੱਲ ਤੇ ਲੈ ਕੇ ਕਿਸਾਨ ਆਗੂ ਮੀਟਿੰਗ ਕਰ ਰਹੇ ਨੇ। ਔਰ ਅੰਦਰ ਜਿਹੜੀ ਗੱਲਬਾਤ ਸਾਨੂੰ ਸੁਣਨ ਚ ਆ ਰਹੀ ਹੈ ਕਿ ਦੋ ਥਾਟਸ ਬਣ ਰਹੇ ਨੇ ਕਿ ਜਾਂ ਤਾਂ ਪੂਰੀ ਤਰ੍ਹਾਂ ਜਿਹੜੀ ਮੰਗਾਂ ਨੇ ਰੱਦ, ਕਾਨੂੰਨ ਰੱਦ ਦਾ ਮਤਲਬ ਰੱਦ, ਜਾਂ ਫਿਰ ਇੱਕ ਇਹ ਵੀ ਥੋੜ੍ਹੇ ਵੀ ਜਿਹੜੇ ਸੋਧ ਕਰਾਉਣਾ ਚਾਹੁੰਦੀ ਨੇ, ਸੋਧ ਦੇ ਉੱਪਰ ਵੀ ਕਿਸਾਨ ਆਗੂ ਆਪਸ ਵਿੱਚ ਵਿਚਾਰ ਵਿਮਰਸ਼ ਕਰ ਰਹੇ ਨੇ ਕਿ ਸਾਨੂੰ ਸੋਧ ਕਰਾਉਣੇ ਚਾਹੀਦੇ ਨੇ ਜਾਂ ਸਾਡੀ ਜਿਹੜੀ ਮੰਗ ਹੈ ਕਿ ਜਦ ਤੱਕ ਕਾਨੂੰਨ ਰੱਦ ਨਹੀਂ ਹੁੰਦੇ ਉਹੀ ਉਸੇ ਮੰਗ ਤੇ ਡਟੇ ਰਹਿਣਾ। ਤਾਂ ਇਹ ਦੋ ਥਾਟਸ ਜਿਹੜੇ ਨੇ ਉਹਦੇ ਹੀ ਕਰਕੇ ਮੀਟਿੰਗ ਚੱਲ ਰਹੀ ਹੈ। ਲੇਕਿਨ ਨਿਕਲ ਕੇ ਕੀ ਆਏਗਾ, ਕਿਸਾਨ ਆਗੂ ਕੀ ਕਹਿੰਦੇ ਨੇ, ਜਿਹੜੇ ਜਥੇਬੰਦੀਆਂ ਦੇ ਆਲ ਇੰਡੀਆ ਲੈਵਲ ਕਿਸਾਨ ਮੋਰਚਾ ਉਹ ਕੀ ਸੋਚਦਾ ਨੇ, ਕਿਉਂਕਿ ਦੋ ਮੀਟਿੰਗਸ ਦਾ ਮਤਲਬ ਇਹੀ ਹੈ ਕਿ ਇੱਕ ਤਾਂ ਪੰਜਾਬ ਦੀ ਕਿਸਾਨ ਜਥੇਬੰਦੀਆਂ, ਦੂਜਾ ਆਲ ਇੰਡੀਆ ਲੈਵਲ ਦੀ ਕਿਸਾਨ ਜਥੇਬੰਦੀਆਂ। ਔਰ ਇੱਕ ਗੱਲ ਹੋ ਰਹੀ ਕਿ ਇੱਥੇ ਆਪਸ ਵਿੱਚ ਵੀ ਕਿਸਾਨ ਜਥੇਬੰਦੀਆਂ ਨੂੰ ਏਕੇ ਦੀ ਗੱਲ ਚੱਲਦੀ ਪਈ ਹੈ ਕਿ ਅਸੀਂ ਬਾਰ-ਬਾਰ ਉਹ ਮੈਸੇਜ ਦੇ ਰਹੇ ਨੇ ਕਿਸਾਨ ਜਥੇਬੰਦੀਆਂ ਕਿ ਅਸੀਂ ਏਕ ਹਾਂ, ਜਿਹੜਾ ਵੀ ਡਿਸੀਜਨ ਹੋਏਗਾ, ਜਿਹੜਾ ਡਿਸੀਜਨ ਲਿਆ ਜਾਏਗਾ ਉਹ ਇੱਕ ਲਿਆ ਜਾਏਗਾ। ਇਹ ਵੀ ਆਪਸ ਵੀ ਇਕਜੁੱਟਤਾ ਵੀ ਉੱਥੇ ਉਹਨਾਂ ਨੂੰ ਦਿਖਾਣੀ ਪੈ ਰਹੀ ਹੈ। ਔਰ ਇਸ ਕਰਕੇ ਵੀ ਉਹ ਲਗਾਤਾਰ ਪੰਜਾਬ ਦੀ ਤੇ ਬਾਕੀ ਜਥੇਬੰਦੀਆਂ ਦੇ ਨਾਲ ਲਗਾਤਾਰ ਮੀਟਿੰਗਾਂ ਦਾ ਦੌਰ ਕਰਦੇ ਨੇ। ਜੀ ਪੁੱਲਰ ਜੀ। ਬਿਲਕੁਲ ਉਮੇਸ਼, ਤਾਂ ਲਗਾਤਾਰ ਤੁਸੀਂ ਬਣੇ ਰਹੋ ਆਪਣੇ ਕੈਮਰੇ ਦੀ ਨਜ਼ਰ ਦੇ ਨਾਲ, ਸਾਨੂੰ ਤਸਵੀਰਾਂ ਦਿਖਾਉਂਦੇ ਰਹੋ ਕਿ ਕੁਝ ਜਿਹੜਾ ਮੀਟਿੰਗ ਹਾਲ ਹੈ ਉਸ ਦੇ ਬਾਹਰ ਕੀ ਨਜ਼ਾਰਾ, ਕਿੰਨੀ ਕੁ ਭੀੜੀਆਂ ਇਕੱਠ ਉੱਤੇ ਇਕੱਠਾ ਹੋਇਆ ਹੈ। ਫਿਰ ਤੁਹਾਡੇ ਕੋਲ ਥੋੜੀ ਦੇਰ ਬਾਅਦ ਆਵਾਂਗੇ, ਪਰ ਤਸਵੀਰਾਂ ਤੁਸੀਂ ਲਗਾਤਾਰ ਦਿਖਾਉਂਦੇ ਰਹੋ ਤਾਂ ਕਿ ਅਸੀਂ ਦਰਸ਼ਕਾਂ ਨੂੰ ਦੱਸ ਸਕੀਏ ਕਿ ਕਿਸ ਤਰੀਕੇ ਦੇ ਨਾਲ ਨਿਊਜ਼ 18 ਪੰਜਾਬ ਮਲਟੀ ਕੈਮ ਦੇ ਨਾਲ ਇਹ ਪੂਰੀ ਮਹਾ ਕਵਰੇਜ ਕਰ ਰਿਹਾ। ਹੁਣ ਚੱਲਦੇ ਸਿੱਧਾ ਮੇਰੇ ਸਹਿਯੋਗੀ ਸੂਰਜ ਪਾਨ ਦੇ ਕੋਲ। ਸੂਰਜ, ਮੰਥਨ ਜਾਰੀ ਹੈ ਔਰ ਪੂਰੇ ਪੰਜਾਬ ਦੀਆਂ ਨਜ਼ਰਾਂ ਇਸ ਵੇਲੇ ਦਿੱਲੀ ਤੇ ਨੇ, ਕਿਉਂਕਿ ਦਿੱਲੀ ਵੱਲ ਹੀ ਸਾਰੇ ਦੀ ਨਜ਼ਰਾਂ ਨੇ। ਕੀ ਉੱਥੋਂ ਫੈਸਲਾ ਆਵੇਗਾ ਔਰ ਬਠਿੰਡਾ ਦੇ ਵਿੱਚ ਕੀ ਮਾਹੌਲ ਹੈ, ਜਾਣਨਾ ਚਾਹੁੰਦੇ ਹਾਂ। देखो, बेशक केंद्र सरकार ने प्रपोजल है किसानों के कोल भेज दी है। सिर्फ पंजाब दी नज़रां नहीं भुल रहे, पूरे देश दी नज़रां ने दिल्ली ते टिकियां होईयां ने, क्योंकि देश तो बाहर भी जिहड़े पंजाबी बैठे ने उन्हां दी नज़रां भी टिक-टिकी ला के वो दिल्ली दे वल वेख रहे हैं कि दिल्ली तो आखिर फैसला की आएगा। हालांकि दिल्ली ने फैसला सुना दिता है, सुनाउण दा भाव के प्रपोजल है जिहड़ी किसानों नूं भेज दी है। हुण किसानां ने इस ते फैसला लेना है और किसान किते ना किते किसानां ते दबाव चारे पासों है, क्योंकि किसान जिहड़े लीडर ने अगर वो ਕਾਨੂੰਨ ਦੇ ਵਿੱਚ ਸੰਸ਼ੋਧਨ ਭਾਲਦੇ ਨੇ, ਜਿਸ ਤਰ੍ਹਾਂ ਜਿਹੜਾ ਕੇਂਦਰ ਸਰਕਾਰ ਨੇ ਪ੍ਰਪੋਜ਼ਲ ਬਣਾ ਕੇ ਭੇਜੀ ਹੈ ਕਿ ਇਹਨਾਂ ਕਾਨੂੰਨਾਂ ਦੇ ਵਿੱਚ ਬਦਲਾਅ ਹੋ ਸਕਦਾ ਹੈ। ਪਰ ਦੂਸਰੇ ਪਾਸੇ ਕਿਸਾਨ ਜਥੇਬੰਦੀਆਂ ਦੇ ਕੁਝ ਆਗੂ ਇਹ ਕਹਿ ਰਹੇ ਨੇ ਕਿ ਬਦਲਾਅ ਸਾਨੂੰ ਕਦੇ ਵੀ ਮਨਜ਼ੂਰ ਨਹੀਂ, ਸਾਨੂੰ ਇਹ ਕਾਨੂੰਨ ਹੈ ਜਿਹੜੇ ਮੁੱਢ ਤੋਂ ਰੱਦ ਹੋਣੇ ਚਾਹੀਦੇ ਨੇ। ਤਾਂ ਕਰੇ ਕਿਤੇ ਨਾ ਕਿਤੇ ਜਾ ਕੇ ਵੱਖਰੇ ਪ੍ਰਤੀਕਰਮ ਕਿਸਾਨ ਜਥੇਬੰਦੀਆਂ ਦੇ ਅੰਦਰੋਂ ਅੰਦਰ ਹੀ ਆ ਰਹੇ ਨੇ, ਕਿਉਂਕਿ ਦਬਾਅ ਬਹੁਤ ਜ਼ਿਆਦਾ ਹੈ। ਲੋਕਾਂ ਦਾ ਦਬਾਅ ਜਿਹੜਾ ਹੁੰਦਾ ਲੀਡਰਾਂ ਦੇ ਉੱਪਰ ਬਹੁਤ ਜ਼ਿਆਦਾ ਹੁੰਦਾ ਔਰ ਕਿਤੇ ਨਾ ਕਿਤੇ ਜਾ ਕੇ ਇਸ ਦਬਾਅ ਦੇ ਵਿੱਚੋਂ ਜਦੋਂ ਫੈਸਲਾ ਲੈਣਾ ਹੁੰਦਾ ਤਾਂ ਬਹੁਤ ਸੋਚ ਸਮਝ ਕੇ ਫੈਸਲਾ ਲੈਣਾ ਹੁੰਦਾ। ਤਾਂ ਕਰਕੇ ਅੰਦਰ ਮੀਟਿੰਗ ਜ਼ਰੂਰ ਚੱਲ ਰਹੀ ਹੈ। ਬੇਸ਼ੱਕ ਮੀਟਿੰਗ ਦਿੱਲੀ ਹੋ ਰਹੀ ਹੈ, ਪਰ ਉਸ ਦੀ ਆਵਾਜ਼ਾਂ ਨੇ ਜਿਹੜੀਆਂ ਬਠਿੰਡਾ ਤੋਂ ਸੁਣਨ ਨੂੰ ਵੀ ਮਿਲ ਰਹੀਆਂ ਨੇ। ਬਠਿੰਡਾ ਦੇ ਵਿੱਚ ਵੀ ਜਥੇਬੰਦੀਆਂ ਦੇ ਲੋਕ ਨੇ ਜਿਹੜੇ ਆਪਸ ਦੇ ਵਿੱਚ ਲਿੰਕਡ ਨੇ, ਗੱਲਾਂ ਬਾਤਾਂ ਕਰ ਰਹੇ ਨੇ, ਕਿਉਂਕਿ ਜੇ ਦਿੱਲੀ ਤੋਂ ਫੈਸਲਾ ਹੁੰਦਾ ਤਾਂ ਉਹਦੀ ਰਣਨੀਤੀ ਹੈ ਜਿਹੜੀ ਪਿੰਡਾਂ 'ਚੋਂ ਹੀ ਬਣ ਕੇ ਆਉਣੀ ਹੈ, ਕਿਉਂਕਿ ਪਿੰਡਾਂ ਦੇ ਵਿੱਚ ਵੀ ਜਿਹੜੇ ਕਿਸਾਨਾਂ ਦੇ ਲੀਡਰ ਬੈਠੇ ਨੇ, ਚਾਹੇ ਬਠਿੰਡਾ ਦੀ ਗੱਲ ਕੀਤੀ ਜਾਵੇ ਜਾਂ ਹੋਰ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ, ਉਹਨਾਂ ਦੇ ਨਾਲ ਵੀ ਆਖਿਰਕਾਰ ਰਣਨੀਤੀ ਬਣਾਉਣੀ ਹੋਊਗੀ। ਕਿਉਂਕਿ ਜੇ ਕੁਝ ਲੀਡਰ ਆਪਦੇ ਵੱਲੋਂ ਕਹਿ ਦਿੰਦੇ ਨੇ ਕਿ ਹਾਂ ਇਹ ਕਾਨੂੰਨ ਸਾਨੂੰ ਪਾਸ ਹੈ, ਹਾਂ ਜੋ ਕੇਂਦਰ ਨੇ ਪ੍ਰਪੋਜ਼ਲ ਦਿੱਤੀ ਉਸ ਤੇ ਸਾਡੀ ਹਾਂ ਹੈ, ਪਰ ਕਿਤੇ ਨਾ ਕਿਤੇ ਜਾ ਕੇ ਉਹ ਨਾ ਹੋਵੇ ਕਿ ਆਵਾਜ਼ਾਂ ਬਾਗੀ ਉੱਠਣ ਲੱਗ ਜਾਣ, ਕਿਤੇ ਕਿਸਾਨਾਂ ਦੇ ਵਿੱਚੋਂ ਇਸ ਗੱਲ ਦਾ ਵਿਰੋਧ ਹੋਵੇ ਕਿ ਅਸੀਂ ਤਾਂ ਸਿਰਫ ਇੱਕੋ ਮੰਗ ਕੀਤੀ ਸੀ ਕਿ ਸਾਰੇ ਕਾਨੂੰਨ ਰੱਦ ਹੋਣੇ ਚਾਹੀਦੇ ਨੇ। ਤਾਂ ਕਰਕੇ ਭੁੱਲਰ ਦਬਾਅ ਬਹੁਤ ਜ਼ਿਆਦਾ, ਸਿਰਫ ਪੰਜਾਬ ਦੀ ਨਜ਼ਰਾਂ ਦਿੱਲੀ ਤੇ ਨਹੀਂ, ਅੱਜ ਦਿੱਲੀ ਤੇ ਨਜ਼ਰਾਂ ਪੂਰੇ ਦੇਸ਼ ਦੀਆਂ ਬਣੀਆਂ ਹੋਈਆਂ ਨੇ। ਹਰ ਕਿਸਾਨ ਟਿਕੀ ਲਾ ਕੇ ਦੇਖ ਰਿਹਾ ਦਿੱਲੀ ਵੱਲ, ਖਾਸ ਤੌਰ ਤੇ ਸੋਸ਼ਲ ਮੀਡੀਆ, ਟੈਲੀਵਿਜ਼ਨ ਤੇ ਨਜ਼ਰਾਂ ਟਿਕਾ ਕੇ ਕਿਸਾਨ ਹੈ ਜਿਹੜੇ ਘਰਾਂ ਦੇ ਵਿੱਚ ਬੈਠੇ ਹੋਏ ਨੇ, ਖੇਤਾਂ ਦੇ ਵਿੱਚ ਕੰਮ ਕਰ ਰਹੇ ਨੇ, ਜਾਂ ਧਰਨਿਆਂ ਦੇ ਉੱਪਰ ਜਿਹੜੇ ਕਿਸਾਨ ਬੈਠੇ ਹੋਏ ਨੇ, ਕਿਉਂਕਿ ਦਿੱਲੀ ਇੱਕ ਧਰਨਾ ਤਾਂ ਚੱਲ ਹੀ ਰਿਹਾ, ਉਸ ਦੇ ਨਾਲ ਪੰਜਾਬ ਦੇ ਵੀ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਧਰਨੇ ਜਿਹੜੇ ਚੱਲ ਰਹੇ ਨੇ, ਪੱਕੇ ਮੋਰਚੇ ਜਿਹੜੇ ਕਿਸਾਨ ਲਾਈ ਬੈਠੇ ਨੇ, ਚਾਹੇ ਉਹ ਰੋਡਸ ਤੇ ਬੈਠੇ ਹੋਣ, ਚਾਹੇ ਉਹ ਹੋਰ ਜਗ੍ਹਾਵਾਂ ਤੇ ਬੈਠੇ ਹੋਣ, ਟੋਲ ਪਲਾਜ਼ਿਆਂ ਤੇ ਬੈਠੇ ਹੋਣ। ਉਹਨਾਂ ਦੀ ਨਜ਼ਰ ਵੀ ਦਿੱਲੀ ਦੀ ਇਸ ਮੀਟਿੰਗ ਵੱਲ ਹੈ ਕਿ ਆਖਿਰਕਾਰ ਇਸ ਮੀਟਿੰਗ ਦੇ ਵਿੱਚੋਂ ਫੈਸਲਾ ਕੀ ਆਉਂਦਾ, ਕਿਉਂਕਿ ਦਬਾਅ ਜਿਹੜਾ ਕਿਸਾਨ ਜਥੇਬੰਦੀਆਂ ਦੇ ਲੀਡਰ ਨੇ, ਜਿਹੜੇ 30-31 ਕਿਸਾਨ ਜਥੇਬੰਦੀਆਂ ਨੇ, ਉਹਨਾਂ ਦੇ ਉੱਪਰ ਦਬਾਅ ਬਹੁਤ ਜ਼ਿਆਦਾ ਹੈ ਕਿ ਕਿਤੇ ਗਲਤ ਫੈਸਲਾ ਨਾ ਹੋ ਜਾਵੇ, ਕਿਤੇ ਉਹ ਨਾ ਹੋਣ ਕਿ ਦੂਜੇ ਕਿਸਾਨ ਕਹਿ ਦੇਣ। ਬਿਲਕੁਲ, ਤਾਂ ਕਿਤੇ ਨਾ ਕਿਤੇ ਇਸ ਅੰਦੋਲਨ ਦੀ ਜਿਹੜੀ ਗੂੰਜ ਹੈ ਸੂਰਜ, ਉਹ ਨਾ ਕੇਵਲ ਦਿੱਲੀ ਜਾਂ ਦੇਸ਼ ਬਲਕਿ ਪੂਰੀ ਦੁਨੀਆ ਦੇ ਵਿੱਚ ਇਸ ਵੇਲੇ ਇਸ ਅੰਦੋਲਨ ਦੀ ਗੂੰਜ ਹੈ ਔਰ ਹਰ ਕੋਈ ਆਪਣਾ ਸਮਰਥਨ ਇਸ ਅੰਦੋਲਨ ਨੂੰ ਦੇ ਰਿਹਾ। ਤਾਂ ਫਿਲਹਾਲ ਦੇ ਲਈ ਸ਼ੁਕਰੀਆ ਸੂਰਜ। ਤਾਂ
ਹੁਣ ਸਿੱਧਾ ਚੱਲਦੇ ਆ ਮੇਰੇ ਸਹਿਯੋਗੀ ਪੰਕਜ ਕਪਾਹੀ ਜਿਹੜੇ ਦਿੱਲੀ ਤੋਂ ਲਾਈਵ ਜੁੜੇ ਹੋਏ ਨੇ ਲਗਾਤਾਰ ਕੋਈ ਨਾ ਕੋਈ ਨਵੀਂ ਅਪਡੇਟ ਦੇ ਨਾਲ। ਪੰਕਜ, ਤਾਂ ਸਿੰਘੂ ਬਾਰਡਰ ਦੇ ਉੱਪਰ ਮੀਟਿੰਗ ਜਾਰੀ ਹੈ ਔਰ ਪੂਰੇ ਦੇਸ਼ ਦੁਨੀਆ ਦੇ ਨਜ਼ਰਾਂ ਇਸ ਮੀਟਿੰਗ ਦੇ ਉੱਪਰ ਨੇ, ਤੁਹਾਡੇ ਕੋਲ ਕੀ ਅਪਡੇਟ ਹੈ ਇਸ ਵੇਲੇ ਦੀ? ਬਿਲਕੁਲ ਪੁੱਲਰ ਜੋ ਜਾਣਕਾਰੀ ਮਿਲ ਰਹੀ ਹੈ ਕਿ ਪ੍ਰਪੋਜ਼ਲ ਸਰਕਾਰ ਵੱਲੋਂ ਭੇਜ ਦਿੱਤਾ ਗਿਆ। 5 ਅਹਿਮ ਬਿੰਦੂਆਂ ਨੂੰ ਲੈ ਕੇ ਪ੍ਰਪੋਜ਼ਲ ਜਿਹੜਾ ਉਹ ਸਰਕਾਰ ਨੇ ਭੇਜ ਦਿੱਤਾ ਹੈ। ਕੱਲ ਇਸ ਮਸਲੇ ਨੂੰ ਲੈ ਕੇ ਚਰਚਾ ਹੋਏਗੀ ਔਰ ਉਸ ਤੋਂ ਪਹਿਲਾਂ 12 ਵਜੇ ਤੋਂ ਲੈ ਕੇ ਹੁਣ ਤੱਕ ਕਿਸਾਨ ਜਥੇਬੰਦੀਆਂ ਆਪਸ 'ਚ ਮੀਟਿੰਗ ਕਰ ਰਹੀਆਂ ਨੇ ਕਿ ਕੇਂਦਰ ਸਰਕਾਰ ਨਾਲ ਕੱਲ ਮੀਟਿੰਗ ਦੇ ਲਈ ਜਾਣਾ ਹੈ ਜਾਂ ਨਹੀਂ ਜਾਣਾ। 2 ਵਜੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਆਪਸ 'ਚ ਮੀਟਿੰਗ ਕਰਨਗੀਆਂ ਔਰ ਅਜਿਹੇ 'ਚ ਸਰਕਾਰ ਵੱਲੋਂ ਜੋ ਪ੍ਰਪੋਜ਼ਲ ਭੇਜਿਆ ਗਿਆ ਜਿਸ ਵਿੱਚ ਉਹਨਾਂ ਨੇ MSP ਦਾ ਜ਼ਿਕਰ ਕੀਤਾ ਕਿ MSP ਨੂੰ ਕਾਨੂੰਨੀ ਰੂਪ ਦਿੱਤਾ ਜਾਏਗਾ। ਉਹਨਾਂ ਨੇ ਜ਼ਿਕਰ ਇਹ ਕੀਤਾ ਕਿ ਜੋ ਕੰਟਰੈਕਟ ਫਾਰਮਿੰਗ ਦਾ ਖਰਚਾ ਜਤਾਇਆ ਜਾ ਰਿਹਾ ਜਿਸ ਵਿੱਚ ਇਹ ਕਿਹਾ ਜਾ ਰਿਹਾ ਕਿ ਕੰਟਰੈਕਟ ਫਾਰਮਿੰਗ ਨਾਲ SDM ਤੱਕ ਹੀ ਪਹੁੰਚ ਹੋਏਗੀ, ਤਾਂ ਉਹ ਵੀ ਸਰਕਾਰ ਵੱਲੋਂ ਕਹਿ ਦਿੱਤਾ ਗਿਆ ਕਿ SDM ਹੀ ਨਹੀਂ ਬਲਕਿ ਕੋਰਟ ਤੱਕ ਜਿਹੜਾ ਵਾ ਕਿਸਾਨ ਜਾ ਸਕਣਗੇ ਔਰ ਇਸ ਦੇ ਨਾਲ ਫਾਸਟ ਟਰੈਕ ਕੋਰਟ ਬਣਾਉਣ ਦੀ ਗੱਲ ਵੀ ਪ੍ਰਸਤਾਵ ਦੇ ਵਿੱਚ ਕੀਤੀ ਗਈ ਹੈ। ਔਰ ਇਸ ਦੇ ਨਾਲ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਕਿਸਾਨਾਂ ਨੂੰ ਜਿਹੜੀਆਂ ਗੱਲਾਂ ਦਾ ਸ਼ੰਕਾ ਸੀਗਾ ਬਾਕੀ ਜਦੋਂ ਪ੍ਰਾਈਵੇਟ ਘਰਾਣੇ ਆਣਗੇ ਤਾਂ ਉਹਨਾਂ ਨੂੰ ਟੈਕਸ ਨਹੀਂ ਦੇਣਾ ਹੋਏਗਾ ਤਾਂ ਸਰਕਾਰੀ ਮੰਡੀਆਂ ਖਤਮ ਹੋ ਜਾਣਗੀਆਂ। APMC ਐਕਟ ਨੂੰ ਲੈ ਕੇ ਵੀ ਵੱਡਾ ਬਦਲਾਵ ਕਰਨ ਦੀ ਗੱਲ ਜਿਹੜੀ ਆ ਉਹ ਕੀਤੀ ਗਈ ਔਰ ਨਾਲ ਹੀ ਨਾਲ ਇਹ ਵੀ ਕਿਹਾ ਗਿਆ ਕਿ ਅਗਰ ਕੋਈ ਪ੍ਰਾਈਵੇਟ ਘਰਾਣਾ ਆਏਗਾ ਤਾਂ ਉਹਨੂੰ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੋਏਗੀ, ਉਹਨੂੰ ਟੈਕਸ ਦੇਣਾ ਲਾਜ਼ਮੀ ਹੋਏਗਾ। ਇਹ ਸਾਰੀਆਂ ਗੱਲਾਂ ਕਾਨੂੰਨ ਦੇ ਵਿੱਚ ਸੰਸ਼ੋਧਨ ਨੂੰ ਲੈ ਕੇ ਸਰਕਾਰ ਨੇ ਮੰਨ ਲਈਆਂ ਨੇ, ਸਰਕਾਰ ਵੱਲੋਂ ਕਿਹਾ ਜਾ ਰਿਹਾ। ਤਾਂ ਅਜਿਹੇ 'ਚ ਅੱਜ ਜਿਹੜੀ ਮੀਟਿੰਗ ਇਸ ਵੇਲੇ ਕਿਸਾਨ ਜਥੇਬੰਦੀਆਂ ਦੀ ਹੋ ਰਹੀ ਹੈ, ਜੋ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਕਿ ਤਿੰਨੇ ਕਾਨੂੰਨ ਰੱਦ ਹੋਣ, ਇਸ ਤੋਂ ਘੱਟ ਕੁਝ ਮਨਜ਼ੂਰ ਨਹੀਂ ਹੈ। ਤਾਂ ਅਜਿਹੇ 'ਚ ਉਸ ਮਸਲੇ ਨੂੰ ਲੈ ਕੇ ਵੀ ਇਸ ਵੇਲੇ ਮੀਟਿੰਗ ਚੱਲ ਰਹੀ ਹੈ ਕਿ ਕੀ ਇਹ ਜਿਹੜੇ ਪ੍ਰਸਤਾਵ ਸਰਕਾਰ ਵੱਲੋਂ ਭੇਜੇ ਗਏ ਨੇ ਇਸ ਗੱਲਾਂ ਨੂੰ ਮੰਨਣਾ ਚਾਹੀਦਾ ਜਾਂ ਫਿਰ ਸਰਕਾਰ ਜੋ ਕਹਿ ਰਹੀ ਸੀ ਕਿ ਕਾਨੂੰਨ ਰੱਦ ਹੋਣ, ਇਸ ਤੋਂ ਘੱਟ ਕੁਝ ਮਨਜ਼ੂਰ ਨਹੀਂ ਹੈ। ਲਗਾਤਾਰ ਸਰਕਾਰ ਤੇ ਦਬਾਅ ਜਿਹੜਾ ਬਣਾਇਆ ਜਾ ਰਿਹਾ ਕਿਸਾਨ ਜਥੇਬੰਦੀਆਂ ਵੱਲੋਂ, ਤਾਂ ਇਸ ਨੂੰ ਲੈ ਕੇ ਇਸ ਵੇਲੇ ਮੀਟਿੰਗ ਪੁੱਲਰ ਚੱਲ ਰਹੀ ਹੈ। ਬਿਲਕੁਲ ਪੰਕਜ, ਤਾਂ ਪ੍ਰਪੋਜ਼ਲ ਜਿਹੜਾ ਭੇਜਿਆ ਗਿਆ ਕੇਂਦਰ ਸਰਕਾਰ ਦੇ ਵੱਲੋਂ ਉਸ ਦਾ ਵੀ ਮੀਟਿੰਗ ਦੇ ਵਿੱਚ ਜ਼ਿਕਰ ਹੋਣਾ, ਪਰ ਕਿਸਾਨ ਹਲੇ ਤੱਕ ਖੜੇ ਹੋਏ ਨੇ ਜਾਂ ਫਿਰ ਇਸ ਮੀਟਿੰਗ ਤੋਂ ਬਾਅਦ ਕੋਈ ਨਰਮੀ ਰੁਖ ਸਾਹਮਣੇ ਆਉਂਦਾ, ਪਰ ਬਹੁਤ ਕੁਝ ਡਿਪੈਂਡ ਆ ਇਸ ਮੀਟਿੰਗ ਤੋਂ ਬਾਅਦ। ਲਗਾਤਾਰ ਮਹਾਂ ਕਵਰੇਜ ਜਾਰੀ ਹੈ। ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਤੁਸੀਂ ਬਣੇ ਰਹੋ ਨਿਊਜ਼ 18 ਪੰਜਾਬ ਦੇ ਨਾਲ।